ਸਤਿ ਸ਼੍ਰੀ ਅਕਾਲ। ਲੋਕਰਾਣ ਦੇ ਖਾਸ ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ ਤੁਹਾਡਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਖਾਸ ਸ਼ਖਸੀਅਤ ਪ੍ਰੋਫੈਸਰ ਰਾਣਾ ਸਿੰਘ ਧਾਲੀਵਾਲ ਜੁੜੇ ਨੇ। ਧਾਲੀਵਾਲ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ। ਧੰਨਵਾਦ ਜੀ, ਧੰਨਵਾਦ ਤੁਹਾਡਾ। ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਧਾਲੀਵਾਲ ਸਾਹਿਬ, ਇਲੈਕਸ਼ਨਾਂ ਹੋ ਕੇ ਹਟੀਆਂ ਨੇ, ਜਿਮਨੀ ਚੋਣਾਂ, ਤੇ ਬੀਜੇਪੀ ਲਈ ਨਤੀਜੇ ਘਾਤਕ ਰਹੇ ਨੇ, ਖਾਸ ਕਰਕੇ ਹਰਿਆਣਾ 'ਚ, ਜਿੱਥੇ ਸਾਰਾ ਪ੍ਰਸ਼ਾਸਨ ਬੀਜੇਪੀ ਦਾ ਹੋਵੇ, ਸਰਕਾਰ ਜਿੱਥੇ ਬੀਜੇਪੀ ਦੀ ਹੋਵੇ, ਹਿਮਾਚਲ ਦੀਆਂ 4 ਸੀਟਾਂ, ਉਸ ਤੋਂ ਬਾਅਦ ਦੇਸ਼ ਪੱਧਰ ਤੇ ਜਿੱਥੇ ਜਿੱਥੇ ਵੀ ਜਿਹੜੇ ਸੂਬਿਆਂ 'ਚ ਚੋਣਾਂ ਹੋਈਆਂ, ਉਹਨਾਂ ਦੇ ਰਿਜ਼ਲਟ ਸਾਡੇ ਸਾਹਮਣੇ ਨੇ। ਹੁਣ ਗੱਲਾਂ ਨਿਕਲ ਕੇ ਆ ਰਹੀਆਂ ਨੇ ਕਿ ਬੀਜੇਪੀ ਸਰਕਾਰ ਨੂੰ ਲੱਗਦਾ, ਜਿਵੇਂ ਇੱਕ ਵਾਰ ਆਪਾਂ ਨੇ ਪਹਿਲਾਂ ਵੀ ਗੱਲ ਕੀਤੀ ਸੀ ਕਿ ਅਮਿਤ ਸ਼ਾਹ ਉੱਥੇ ਗਏ ਸੀ, ਉੱਤਰ ਪ੍ਰਦੇਸ਼ ਗਏ ਸੀ, ਉਹ ਕਹਿੰਦੇ ਸੀ ਕਿ ਵੀ ਯੋਗੀ ਨੂੰ ਹਰਾ ਨਾ ਦਿਓ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 24 ਆਪਾਂ ਨੇ ਬਣਾਉਣਾ। ਹੁਣ ਇਹਨਾਂ ਚੋਣਾਂ ਤੋਂ ਬਾਅਦ ਬੀਜੇਪੀ ਨੂੰ ਲੱਗਦਾ ਕਿਤੇ ਨਾ ਕਿਤੇ ਸਾਡਾ ਨੁਕਸਾਨ ਹੋ ਰਿਹਾ, ਯਾਨੀ ਕਿ ਸੋਚਣ ਲਈ ਮਜਬੂਰ ਹੋ ਗਈ ਬੀਜੇਪੀ ਕਿ ਅੰਦੋਲਨ ਹੁਣ ਸਾਡਾ ਨੁਕਸਾਨ ਕਰੂਗਾ। ਯੂਪੀ 'ਚ ਵੀ ਨੁਕਸਾਨ, ਖਾਸ ਕਰਕੇ ਜਿੱਥੇ ਜਿੱਥੇ ਚੋਣਾਂ ਹੋਣਗੀਆਂ ਉੱਥੇ ਉੱਥੇ ਕਿਸਾਨ ਆਗੂਆਂ ਦਾ ਕਹਿਣਾ ਕਿ ਅਸੀਂ ਬੀਜੇਪੀ ਦੇ ਖਿਲਾਫ ਜਾ ਕੇ ਪ੍ਰਚਾਰ ਕਰਾਂਗੇ ਕਿ ਭਾਈ ਬੀਜੇਪੀ ਨੂੰ ਵੋਟ ਨਾ ਪਾਇਓ, ਅਸੀਂ ਕਿਸਾਨ ਦੇਸ਼ ਦਾ ਢਿੱਡ ਭਰਦੇ ਹਾਂ, ਸਾਡੇ ਨਾਲ ਐਂ ਕੀਤੀ ਬੀਜੇਪੀ ਨੇ। ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦਾ ਆਪਣੇ ਕੋਲੇ ਨਤੀਜਾ ਸਾਹਮਣੇ ਹੈ। ਹੁਣ ਜੋ ਬਾਈ ਇਲੈਕਸ਼ਨ ਹੋਈਆਂ ਨੇ ਉਹਨਾਂ ਦੇ ਨਤੀਜੇ ਸਾਹਮਣੇ ਨੇ। ਹੁਣ ਜੋ ਬੀਜੇਪੀ ਦੀਆਂ ਅੰਦਰ ਦੀਆਂ ਕਨਸੂਆਂ ਨੇ ਧਾਲੀਵਾਲ ਸਾਹਿਬ, ਕਿ ਬੀਜੇਪੀ ਹੁਣ ਪਿੱਛੇ ਮੁੜਨ ਲਈ ਤਿਆਰ ਹੈ, ਪਿੱਛੇ ਮੁੜ ਕੇ ਦੇਖਣ ਲਈ ਤਿਆਰ ਹੈ, ਆਤਮ ਚਿੰਤਨ ਕਰਨ ਲਈ ਮਜਬੂਰ ਹੈ ਕਿ ਸਾਡਾ ਨੁਕਸਾਨ ਹੋ ਰਿਹਾ। ਹੁਣ ਕਿਉਂ ਨਾ ਕਿਸਾਨੀ ਅੰਦੋਲਨ ਨੂੰ ਗੱਲ ਨੇੜੇ ਲਾਈ ਜਾਵੇ। ਪਿਛਲੇ ਦਿਨਾਂ ਵੀ ਇਹ ਗੱਲਾਂ ਨਿਕਲ ਕੇ ਆਈਆਂ ਸੀ ਕਿ ਥੋੜੇ ਦਿਨਾਂ ਦੇ ਵਿੱਚ ਕਿਸਾਨੀ ਅੰਦੋਲਨ ਦਾ ਹੁਣ ਮਸਲਾ ਇਹ ਨਿਬੜ ਸਕਦਾ। ਕਈ ਬੁੱਧੀਜੀਵੀ ਨੇ ਉਹ ਇਹ ਛੋਟੀ ਛੋਟੀ ਗੱਲਾਂ ਨੂੰ ਜੋੜ ਕੇ ਨਾਲ ਦੇਖਦੇ ਨੇ, ਜਿਵੇਂ ਉਹ ਕਹਿੰਦੇ ਕਿ ਬੀਜੇਪੀ ਸੋਚਦੀ ਹੈ ਕਿਸਾਨੀ ਅੰਦੋਲਨ ਕਰਕੇ ਸਾਡੇ ਨਾਲ ਇੱਕ ਵਰਗ ਨਾ ਖੁਸ਼ ਹੈ, ਵੀ ਮਹਿੰਗਾਈ ਵੀ ਬੀਜੇਪੀ ਦੌਰ 'ਚ ਕਾਫੀ ਵਧੀ ਹੈ, ਮਹਿੰਗਾਈ ਕਰਕੇ ਵੀ ਇੱਕ ਵਰਗ ਬੀਜੇਪੀ ਤੋਂ ਦੁਖੀ ਹੈ। ਹਾਲਾਂਕਿ ਮਹਿੰਗਾਈ ਦਾ ਜੋ ਅਸਰ ਹੈ ਹਰ ਕਿਤੇ ਪੈਂਦਾ। ਉਹ ਜੋੜਦੇ ਨੇ ਵੀ ਤੇਲ ਜੋ ਐਕਸਾਈਜ਼ ਡਿਊਟੀ ਘਟਾਈ ਗਈ ਹੈ, 10 ਰੁਪਏ ਤੱਕ ਸਸਤਾ ਕੀਤਾ ਗਿਆ, ਉਹ ਵੀ ਇਸੇ ਦਾ ਕਾਰਨ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੋਕਾਂ ਨੂੰ ਆਪਣੇ ਨਾਲ ਜੋੜਿਆ ਜਾਵੇ। ਹੁਣ ਕਿਹਾ ਜਾ ਰਿਹਾ ਕਿ ਕਿਸਾਨੀ ਅੰਦੋਲਨ ਦਾ ਖਾਸ ਅਸਰ ਹੈ ਬੀਜੇਪੀ ਨੂੰ ਆਤਮ ਚਿੰਤਨ ਕਰਨ ਤੇ ਜੋ ਮਜਬੂਰ ਹੋਣਾ। ਜੀ ਧਾਲੀਵਾਲ ਸਾਹਿਬ, ਮੈਨੂੰ ਭੰਗੂ ਸਾਹਿਬ ਇਸ ਦੇ ਵਿੱਚ ਇਹ ਲੱਗਦਾ ਹੈ, ਇੱਕ ਤਾਂ ਇਹ ਹੈ ਵੀ ਬਹੁਤ ਵਾਰ ਨਾ ਜਦੋਂ ਦੋ ਪਹਿਲਵਾਨ ਘੁਲਦੇ ਹੁੰਦੇ ਨੇ ਨਾ, ਜਿਹੜਾ ਹਾਰ ਜਾਂਦਾ ਨਾ ਉਹ ਕਾਫੀ ਸਾਰੇ ਬਹਾਨੇ ਲੱਭ ਲੈਂਦਾ ਹੈ ਵੀ ਮੈਂ ਤਾਂ ਇਸ ਕਾਰਨ ਕਰਕੇ ਜਿੱਤ ਗਿਆ, ਮੈਂ ਇਸ ਕਾਰਨ ਕੇ ਉਹਨੇ ਫਾਉਲ ਖੇਡਤਾ, ਮੈਂ ਚੁੱਪ ਕਰ ਗਿਆ, ਮੈਂ ਉਦੋਂ ਸਾਹ ਲੈਣ ਲੱਗਿਆ, ਕਾਫੀ ਸਾਰੇ ਬਹਾਨੇ ਉਹ ਲੱਭ ਲੈਂਦਾ ਹੈ। ਪਰ ਅਸਲ 'ਚ ਜਿਹੜਾ ਫੈਸਲਾ ਹੈ ਉਹ ਦੋਨਾਂ ਪਹਿਲਵਾਨਾਂ ਨੇ ਨਹੀਂ ਕਰਨਾ ਹੁੰਦਾ, ਉਹ ਜਨਤਾ ਨੇ ਕਰ ਦੇਣਾ ਹੁੰਦਾ ਹੈ, ਤੇ ਜਨਤਾ ਨੇ ਪੜ੍ਹ ਲੈਣਾ ਹੁੰਦਾ ਜਿਹੜਾ ਕੁਝ ਲਿਖਿਆ ਕਿ ਕੌਣ ਜਿੱਤੇ ਕੌਣ ਹਾਰਿਆ। ਸੋ ਇਹਦੇ ਵਿੱਚ ਕਈ ਸਾਰੇ ਬਹਾਨੇ ਨੇ। ਬੀਜੇਪੀ ਅੱਗੇ ਨੂੰ ਦਲੀਲਾਂ ਨੇ, ਮੈਂ ਸਟੈਟ ਪੜ੍ਹਾਇਆ, ਸਟੈਟ ਦੇ ਵਿੱਚ ਕਈ ਤਰ੍ਹਾਂ ਦੇ ਇੰਟਰਪ੍ਰੀਟੇਸ਼ਨ ਬਣਾ ਲੈਂਦੇ ਹਾਂ ਅਸੀਂ। ਬੀਜੇਪੀ ਹੁਣ ਵੀ ਕਹਿ ਸਕਦੀ ਹੈ ਕਿ ਸਾਡੀ ਹਰਿਆਣੇ 'ਚ ਜਿਮਨੀ ਚੋਣ 'ਚ ਸਾਡੀਆਂ ਵੋਟਾਂ ਪਹਿਲਾਂ ਨਾਲੋਂ ਵਧੀਆਂ, ਪਰ ਵਧੀਆ ਹੋਣ ਜਾਂ ਘਟੀਆਂ ਹੋਣ, ਪਹਿਲੀ ਗੱਲ ਤਾਂ ਦੋਨਾਂ ਨੂੰ ਮਸਾਂ ਉਹਨਾਂ ਨੂੰ ਕੈਂਡੀਡੇਟ ਲੱਭਿਆ ਜੀ। ਉਹ ਜਿਹੜਾ ਲੱਭਿਆ ਉਹ ਕੈਂਡੀਡੇਟ ਦੀ ਆਪਦੇ ਆਪ 'ਚ ਕੋਈ ਬਹੁਤ ਵੱਡੀ ਦੇਣ ਨਹੀਂ, ਉਹ ਇੱਕ ਹੋਰ ਐਮਐਲਏ ਦਾ ਭਰਾ ਹੈ ਜੀ। ਉਹ ਜਿਹੜਾ ਐਮਐਲਏ ਹੈ ਉਹ ਤੇ ਬਹੁਤ ਹੀ ਤਰ੍ਹਾਂ ਦੇ ਐਲੀਗੇਸ਼ਨ ਪਹਿਲਾਂ ਲੱਗੇ ਨੇ ਜੀ। ਬਿਲਕੁਲ। ਸੋ ਮੈਂ ਜੇ ਕਹਾਂ ਕਿ ਉਹ ਐਲੀਗੇਸ਼ਨਾਂ ਕਰਕੇ ਉਹਦਾ ਰੈਪੂਟੇਸ਼ਨ ਜਾਂ ਉਹ ਕਾਂਡਾ ਫੈਮਿਲੀ ਦਾ ਰੈਪੂਟੇਸ਼ਨ ਆਪਦੇ ਆਪ 'ਚ ਕੁਛ ਨਾ ਕੁਛ ਦਾਗੀ ਹੈ। ਸੋ ਇਸ ਕਰਕੇ ਇਹਨੂੰ ਲੋਕ ਹੋਰ ਤਰ੍ਹਾਂ ਦੇਖਦੇ ਨੇ ਵੀ ਜਿਮਨੀ ਚੋਣ ਕੱਲੀ ਸੀ, ਹਰਿਆਣਾ 'ਚ ਬੜਾ ਜ਼ੋਰ ਲੱਗਿਆ ਸੀ, ਜੇ ਸੀ ਉਹ ਸੀ। ਪਰੰਤੂ ਜਦੋਂ ਆਪਾਂ ਹਿਮਾਚਲ 'ਚ ਪੜ੍ਹਦੇ ਹਾਂ ਇਹੀ ਚੀਜ਼ ਨੂੰ, ਹਰਿਆਣੇ ਦੇ ਵਿੱਚ ਪਹਿਲਾਂ ਹੀ ਬੀਜੇਪੀ ਦੀ ਸਰਕਾਰ ਕੱਲੀ ਨਿਰੋਲ ਬੀਜੇਪੀ ਦੀ ਨਹੀਂ ਹੈ, ਉਹ ਦੋ ਪਾਰਟੀਆਂ ਦੀ ਰਲਾ ਕੇ ਸਰਕਾਰ ਬਣੀ ਹੈ। ਪਹਿਲਾਂ ਵੀ ਬੀਜੇਪੀ ਨੂੰ ਝਟਕਾ ਹੈ, ਪਰ ਹਿਮਾਚਲ ਦੇ ਵਿੱਚ ਨਿਰੋਲ ਉਹਨਾਂ ਦੀ ਸਰਕਾਰ ਹੈ ਤੇ ਦੋ ਹੀ ਪਾਰਟੀਆਂ ਦੇ ਵਿੱਚ ਹਿਮਾਚਲ 'ਚ ਟੱਕਰ ਹੈ, ਕਾਂਗਰਸ ਦੀ ਤੇ ਬੀਜੇਪੀ ਦੀ। ਤੇ ਹਿਮਾਚਲ ਦੇ ਵਿੱਚ ਵੀ 1 ਸਾਲ ਲਗਭਗ, ਕੋਈ ਮਹੀਨਾ 20 ਦਿਨ ਅੱਗੇ ਪਿੱਛੇ ਹੋ ਸਕਦਾ ਹੈ, ਅਗਲੇ ਸਾਲ ਦਸੰਬਰ ਦੇ ਵਿੱਚ ਹਿਮਾਚਲ 'ਚ ਵੀ ਚੋਣਾਂ ਨੇ ਜੀ। ਜਦੋਂ ਇੰਨੇ ਸਮੇਂ ਤੋਂ ਪਹਿਲਾਂ ਜਿਹੜੀਆਂ ਜਿਮਨੀ ਚੋਣਾਂ ਹੋਣ, ਉਹ ਕੁਦਰਤੀ ਕੀ ਹੋਇਆ ਕਿ ਉੱਥੇ ਚੋਣਾਂ ਵੀ ਇਹ ਨਹੀਂ ਕਿ ਸਾਰੇ ਹਿਮਾਚਲ 'ਚ 4 ਮੈਂਬਰ ਪਾਰਲੀਮੈਂਟ ਨੇ, ਉਹ 4 ਚੋਂ 1 ਚੋਣ ਹੋਈ ਹੈ, ਜਾਣੀ ਕਿ ਆਪਾਂ ਕਹੀਏ ਕਿ 25% ਵੋਟਰ ਕਵਰ ਹੋ ਗਏ। 25% ਉਹਨਾਂ ਤੋਂ ਬਿਨਾਂ 3 ਅਸੈਂਬਲੀ ਚੋਣਾਂ ਨੇ,
ਜੇ ਆਪਾਂ ਮੋਟੇ ਰੂਪ 'ਚ ਇਹ ਕਹੀਏ ਵੀ ਉਹ 3 ਅਸੈਂਬਲੀ ਚੋਣਾਂ ਨੂੰ ਵਿੱਚ ਪਾ ਕੇ ਉਹ ਤੇ ਲਗਭਗ 30-35% ਵੋਟ ਕਵਰ ਹੁੰਦਾ ਉਹ ਛੋਟੀ ਸਟੇਟ ਦਾ। ਸੋ ਹਰਿਆਣੇ 'ਚ ਕਈ ਵਾਰੀ ਆਪਾਂ ਕਹਿ ਸਕਦੇ ਹਾਂ ਵੀ ਉੱਥੇ ਤਾਂ ਜੀ ਇੱਕ ਜਿਹੜੀ ਸਟੇਟ ਹੈ 90 'ਚੋਂ ਇੱਕ ਸਟੇਟ ਦੀ ਚੋਣ ਨੂੰ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਉਹਦਾ 90 ਦੇ ਅਸਰ ਹੋਊਗਾ। ਸੋ ਹਿਮਾਚਲ ਦੇ ਵਿੱਚ ਤਾਂ ਕਲੀਅਰ ਕੱਟ ਇਹ ਪੜਿਆ ਜਾ ਸਕਦਾ ਹੈ। ਔਰ ਹਿਮਾਚਲ ਦੇ ਵਿੱਚ ਤਾਂ ਇਹ ਵੀ ਇੱਕ ਅੱਧੀ ਸੀਟ ਤੇ ਤਾਂ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕਦੀ, ਸ਼ਾਇਦ 2 ਤੇ 1 ਦਾ ਤਾਂ ਮੈਨੂੰ ਕਨਫਰਮ ਹੈ ਕਿ ਆਪਣੀ ਜ਼ਮਾਨਤ ਨਹੀਂ ਬਚਾ ਸਕਦੀ। ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ ਜ਼ਮਾਨਤ ਦੀ ਗੱਲ ਆਪਾਂ ਛੱਡ ਦਿੰਦੇ ਹਾਂ, ਆਪਾਂ ਇਹ ਕਹੀਏ ਕਿ ਸਨਮਾਨਜਨਕ ਵੋਟ ਵੀ ਨਹੀਂ ਲੈ ਸਕੇ। ਠੀਕ ਹੈ ਕਿ ਨਹੀਂ। ਦੂਸਰਾ, ਹਿਮਾਚਲ ਦੇ ਵਿੱਚ ਜਿਹੜੀਆਂ ਸੀਟਾਂ ਨੇ ਉਹ ਖੋਈਆਂ ਗਈਆਂ ਨੇ ਬੀਜੇਪੀ ਤੋਂ। ਜਿਹੜੀ ਆਪਾਂ ਹਰਿਆਣੇ ਵਾਲੀ ਸੀਟ ਕਹਿੰਦੇ ਆ ਉਹ ਇਹ ਹੋਇਆ ਕਿ ਇਨੈਲੋ ਨੇ ਉਹ ਸੀਟ ਨੂੰ ਬਚਾ ਲਿਆ, ਪਰ ਬੀਜੇਪੀ ਤੋਂ ਖੋਹੀ ਨਹੀਂ ਗਈ। ਉਹ ਹਿਮਾਚਲ 'ਚ ਤਾਂ ਉਹਨਾਂ ਨੇ ਖੋਹੀਆਂ ਨੇ ਉਹ ਸੀਟਾਂ, ਪਹਿਲਾਂ ਬੀਜੇਪੀ ਕੋਲ ਸੀਆਂ। ਸੋ ਉਸ ਤੋਂ ਉਹ ਬੀਜੇਪੀ ਇਸ ਗੱਲ ਨੂੰ ਮੰਨੇ ਜਾਂ ਨਾ ਮੰਨੇ ਮੇਰੀ ਸਮਝ 'ਚ ਮੈਟਰ ਨਹੀਂ ਕਰਦਾ, ਪਰ ਜਿਹੜਾ ਮੈਸੇਜ ਲਿਖਿਆ ਹੋਇਆ ਹੈ ਪੜ੍ਹਨ ਦੇ ਵਿੱਚ ਬੜਾ ਸਾਫ਼ ਪੜ੍ਹਿਆ ਜਾ ਰਿਹਾ ਹੈ ਕਿ ਇਸ ਅੰਦੋਲਨ ਦੇ ਕਾਰਨ ਜਿਹੜਾ ਬੀਜੇਪੀ ਦਾ ਵਿਰੋਧ ਹੋਇਆ ਹੈ ਉਹ ਵਿਰੋਧ ਹੈ ਜਿਹੜਾ ਉਹਨੇ ਪ੍ਰਤੱਖ ਰੂਪ 'ਚ ਆਪਣਾ ਅਸਰ ਇਸ ਉੱਤਰੀ ਭਾਰਤ ਦੇ ਵਿੱਚ ਜੇ ਮੈਂ ਕਹਾਂ ਪੂਰੀ ਤਰ੍ਹਾਂ ਦਿਖਾਇਆ ਹੈ, ਦੱਖਣੀ ਭਾਰਤ ਵਿੱਚ ਵੀ ਦਿਖਾਇਆ ਹੈ। ਥੋੜ੍ਹਾ ਬਹੁਤ ਜਿਹੜਾ ਬਚਿਆ ਹੈ ਉਹ ਜਿਹੜੀ ਆਪਣਾ ਪੂਰਬੀ ਭਾਰਤ ਹੈ ਜਿਹਦਾ ਅਸਾਮ, ਮੇਘਾਲਿਆ ਵਗੈਰਾ, ਉਹਨਾਂ ਸਟੇਟਾਂ 'ਚ ਸ਼ਾਇਦ ਉਸ ਕਿਸਮ ਨਾਲ ਰਿਜ਼ਲਟ ਨਹੀਂ ਦਿਖਾਈ ਦਿੱਤੇ। ਬਿਹਾਰ 'ਚ ਨਤੀਸ਼ 2 ਸੀਟਾਂ ਬਚਾ ਗਏ, ਪਰੰਤੂ ਨਤੀਸ਼ ਕੁਮਾਰ ਦੇ ਜਿਹੜੇ ਲੀਡਰ ਨੇ ਮੈਂ ਸੁਣ ਰਿਹਾ ਸੀ ਉਹ ਬਿਲਕੁਲ ਕਹਿ ਰਹੇ ਸੀ ਕਿ ਮਹਿੰਗਾਈ ਦੀ ਮਾਰ ਪਈ ਹੈ। ਔਰ ਇਹਦੇ CM ਨੇ ਜਿਹੜਾ ਹਿਮਾਚਲ ਵਾਲੇ ਨੇ ਉਹਨੇ ਓਪਨਲੀ ਜ਼ਿੰਮੇਵਾਰੀ ਵੀ ਲਈ ਹੈ ਕਿ ਨੈਤਿਕ ਮੇਰੀ ਜ਼ਿੰਮੇਵਾਰੀ ਹੈ, ਅਸੀਂ ਹਾਰੇ ਹਾਂ। ਤੇ ਉਹਨੇ ਇਹ ਗੱਲ ਮੰਨੀ ਹੈ ਕਿ ਇਹਦੇ ਵਿੱਚ ਵੱਡੀ ਮਹਿੰਗਾਈ ਦੀ ਮਾਰ ਪਈ ਹੈ। ਇੱਕ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਜੋ ਸਮਝਦਾ, ਲੋਕ ਬਹੁਤ ਸਾਰੇ ਇਸ ਗੱਲ ਨੂੰ ਕਰਦੇ ਨੇ ਕਿ ਜੇ ਮਹਿੰਗਾਈ ਤੋਂ ਲੋਕ ਇੰਨੇ ਤੰਗ ਹੋਣ ਤਾਂ ਮਹਿੰਗਾਈ ਦੇ ਖਿਲਾਫ ਉਹ ਅੰਦੋਲਨ ਕਰਨ। ਪਰ ਮੈਂ ਤੁਹਾਨੂੰ ਇਹ ਦੱਸਦਾ ਹੁੰਦਾ ਕਿ ਸਾਈਮਲਟੇਨੀਅਸਲੀ 5-7 ਮੁੱਦਿਆਂ ਤੇ ਵੱਡੇ ਅੰਦੋਲਨ ਨਹੀਂ ਚੱਲਦੇ ਹੁੰਦੇ। ਜੇ ਸ਼ਾਇਦ ਕਿਸਾਨ ਅੰਦੋਲਨ ਨਾ ਚੱਲਦਾ ਹੁੰਦਾ ਤਾਂ ਹੋ ਸਕਦਾ ਮਹਿੰਗਾਈ ਤੇ ਬਹੁਤ ਵੱਡਾ ਅੰਦੋਲਨ ਹੋ ਚੁੱਕਿਆ ਹੁੰਦਾ ਉਹਨੂੰ। ਬੀਜੇਪੀ ਨੂੰ ਇਹੀ ਭਰਮ ਰਿਹਾ ਕਿ ਮਹਿੰਗਾਈ ਵੀ ਅਸੀਂ ਦੱਬੀ ਜਾਵਾਂਗੇ, ਚੱਕੀ ਜਾਵਾਂਗੇ, ਕੋਈ ਪੁੱਛਦਾ ਨਹੀਂ ਹੈਗਾ। ਉਹ ਇਹ ਹੈ ਕਿ ਇੱਕ ਅੰਦੋਲਨ ਕਿਸਾਨਾਂ ਦਾ ਇੰਨਾ ਵੱਡਾ ਚੱਲ ਰਿਹਾ ਹੈ, ਜਦੋਂ ਕੋਈ ਵੀ ਪਾਰਟੀ, ਜਿਵੇਂ ਤੁਹਾਡੇ ਸਾਹਮਣੇ ਅਕਾਲੀ ਦਲ ਨੇ ਆਪਣੀਆਂ ਰੈਲੀਆਂ ਸ਼ੁਰੂ ਕੀਤੀਆਂ, ਬੰਦ ਕਰਨੀਆਂ ਪਈਆਂ ਨਾ ਉਹਨਾਂ ਨੂੰ। ਹੁਣ ਜੇ ਕੋਈ ਅੰਦੋਲਨ ਪੈਰਲਲ, ਚਾਹੇ ਉਹ ਅੰਦੋਲਨ ਲੋਕਾਂ ਦਾ ਹੀ ਹੋਵੇ, ਇਹ ਵੀ ਲੋਕਾਂ ਦਾ ਹੈ, ਤਾਂ ਲੋਕਾਂ ਨੂੰ 2 ਪਾਸੇ ਤਾਂ ਨਹੀਂ ਨਾ ਖਿੱਚਿਆ ਜਾ ਸਕਦਾ। ਜੇ 2 ਪਾਸੇ ਖਿੱਚੋਗੇ ਤਾਂ ਮਦਦ ਕਿਹਦੀ ਹੋਏਗੀ? ਮਦਦ ਸਰਕਾਰੀ ਧਿਰ ਦੀ ਹੋਏਗੀ। ਇਸ ਕਰਕੇ ਇੰਨਾ ਕੋਈ ਮੂਰਖ ਨਹੀਂ ਹੁੰਦਾ ਜਿਹੜੇ ਬੰਦੇ ਨੇ ਐਜੀਟੇਸ਼ਨ ਲੜਨੀ ਹੁੰਦੀ ਹੈ ਜਾਂ ਜਿਹੜੀ ਧਿਰ ਨੇ ਐਜੀਟੇਸ਼ਨ ਲੜਨੀ ਹੁੰਦੀ ਹੈ ਕਿ ਉਹ 2 ਪਾਸੇ ਵੰਡਿਆ ਜਾਵੇ। ਮਹਿੰਗਾਈ ਦੀ ਬਹੁਤ ਵੱਡੀ ਮਾਰ ਪਈ ਹੈ ਤੇ ਪੈ ਰਹੀ ਹੈ। ਹਾਂ, ਹੁਣ ਤੁਸੀਂ ਗੱਲ ਕਰ ਰਹੇ ਹੋ ਕਿ ਇਸ ਅੰਦੋਲਨ ਦੇ ਵਿੱਚੋਂ ਇੱਕ ਬੰਦੇ ਨੇ ਅਸਤੀਫਾ ਦਿੱਤਾ ਹਰਿਆਣੇ ਦੇ ਵਿੱਚ, ਔਰ ਸਰਕਾਰੀ ਧਿਰ ਨੇ ਆਪਣਾ ਆਵਾਜ਼ ਹਾਨ ਦੀ ਲਾਈ ਕਿ ਜੇਕਰ ਇਹਨੇ ਅਸਤੀਫਾ ਹੀ ਦਿੱਤਾ ਸੀ ਫਿਰ ਦੁਬਾਰਾ ਚੋਣ ਕਿਉਂ ਲੜ ਰਿਹਾ ਜੀ। ਪਰ ਉਹ ਬੰਦੇ ਨੇ ਕਲੀਅਰ ਮੈਸੇਜ ਦਿੱਤਾ ਕਿ ਮੈਂ ਪਹਿਲਾਂ ਵੀ ਕਿਸਾਨਾਂ ਲਈ ਚੋਣ ਲੜੀ ਸੀ ਤੇ ਕਿਸਾਨਾਂ ਲਈ ਛੱਡੀ ਸੀ MLA-ਸ਼ਿਪ, ਤੇ ਹੁਣ ਵੀ ਮੈਂ ਕਿਸਾਨਾਂ ਲਈ ਲੜ ਰਿਹਾ। ਤੇ ਜਿੱਤ ਕੇ ਫਿਰ ਉਹਨੇ ਕਿਹਾ ਵੀ ਜੇ ਮੈਨੂੰ ਹੁਣ ਕਿਸਾਨ ਕਹਿਣਗੇ ਫਿਰ ਵੀ ਅਸਤੀਫਾ ਦੇਊਂਗਾ। ਸੋ ਇਸ ਕਰਕੇ ਇਹ ਹੋਇਆ ਕਿ ਕਿਸਾਨ ਵੈਲਟ ਸੀ ਉਸ ਪਾਰਟੀ ਦਾ, ਕਿਤੇ ਨਾ ਕਿਤੇ ਕਿਸਾਨ ਪੱਖੀ ਵਤੀਰਾ ਸੀ। ਔਰ ਉਹਦੇ ਵਿੱਚ ਖਾਸ ਗੱਲ ਇਹ ਆਈ ਕਿ ਉਹ 2 ਪਾਰਟੀਆਂ ਭਿੜੀਆਂ, ਜਿਹੜੀਆਂ ਬੀਜੇਪੀ ਕਹਿ ਰਹੀ ਆ ਨਾ ਵੀ ਅਸੀਂ ਤਾਂ ਉੱਥੇ ਵਾਹਵਾ ਵੋਟਾਂ ਲੈ ਗਏ ਜੀ, ਉਹ ਵੋਟਾਂ ਤਾਂ ਲੈ ਗਏ 65,000 ਦੇ ਕਰੀਬ ਵੋਟ ਹੈ ਜਿਹੜੀ ਜਿੱਤਣ ਵਾਲੇ ਨੂੰ ਪਈ ਹੈ, 60,000 ਦੇ ਕਰੀਬ ਥੋੜ੍ਹਾ ਬਹੁਤਾ ਨੇੜੇ ਤੇੜੇ ਬੀਜੇਪੀ ਨੂੰ ਪਈ ਹੈ। ਪਰ ਉਸ ਤੋਂ ਬਿਨਾਂ 20,000 ਤੋਂ ਵੱਧ ਵੋਟ ਹੋਰ ਕਾਂਗਰਸ ਵੀ ਤਾਂ ਲੈ ਗਈ। ਬਿਲਕੁਲ, ਇਹਦਾ ਮਤਲਬ ਜੇ ਉਹ ਵੋਟਾਂ ਕਿਤੇ ਇਕੱਠੀਆਂ ਹੁੰਦੀਆਂ, ਜਾਂ ਜੇ ਆਪਾਂ ਕਹੀਏ ਬੀਜੇਪੀ ਨੂੰ ਕਿੰਨੀਆਂ ਵੋਟਾਂ ਪਈਆਂ, ਮਤਲਬ ਉਹ ਤੇ ਫਿਰ ਬਹੁਤ ਦੂਰ ਜਾਂਦੀ ਹੈ ਨਾ ਗੱਲ। ਬਿਲਕੁਲ, ਇਸ ਕਰਕੇ ਇੱਥੇ ਬੀਜੇਪੀ ਨੂੰ, ਦੂਸਰਾ ਇਹ ਹੈ ਜਿਹੜੀ ਜਿਮਨੀ ਚੋਣ ਹੁੰਦੀ ਹੈ ਨਾ, ਜਿਮਨੀ ਚੋਣ 'ਚ ਕਿਸੇ ਵੀ ਸਰਕਾਰ ਦਾ ਹਾਰਨਾ ਬਹੁਤ ਔਖਾ ਹੁੰਦਾ ਹੈ। ਉਹਦਾ ਕਾਰਨ ਇਹ, ਮੰਨ ਲਓ ਆਪਣਾ ਕਹੀਏ ਕਿ ਹਰਿਆਣੇ 'ਚ 15 ਮੰਤਰੀ ਨੇ ਤੇ 40 ਹਲਕੇ 'ਚ ਸਾਰੇ ਪਿੰਡ ਹੋਣੇ, ਤੇ 3 ਪਿੰਡ ਵੀ ਨਹੀਂ ਆਉਂਦੇ ਨਾ ਇੱਕ ਮੰਤਰੀ। ਜਦੋਂ 3 ਪਿੰਡਾਂ 'ਚ ਇੱਕ ਮੰਤਰੀ ਬਹਿ ਜਾਂਦਾ, ਮੈਂ ਤਾਂ ਪ੍ਰੈਕਟੀਕਲੀ ਦੇਖੀਆਂ ਨੇ ਜਿਮਨੀ ਚੋਣ, ਉਹਦੇ ਵਿੱਚ ਇਹ ਹੁੰਦਾ ਨਾ ਕਿ ਉਸ ਦਾ ਡਾਟਾ ਕੱਢ ਕੇ
ਸਾਰੇ ਮੁਲਾਜ਼ਮਾਂ ਦੇ ਪਿੱਛੇ ਬੰਦੇ ਲਾ ਦਿੱਤੇ ਜਾਂਦੇ ਨੇ। ਜੀ ਸਾਰੇ ਮੁਲਾਜ਼ਮਾਂ ਦੇ ਜਿਹੜੇ ਬੌਸ ਹੁੰਦੇ ਨੇ ਉਹਨਾਂ ਨੂੰ ਮੈਸੇਜ ਲੱਗ ਜਾਂਦੇ ਨੇ ਕਿ ਆਪੋ ਆਪਦੇ ਮੁਲਾਜ਼ਮ ਨੂੰ ਇਸ ਪਿੰਡ ਦੇ ਵਿੱਚ ਆਹ ਮੁਲਾਜ਼ਮ ਹੈ, ਇਹਨੂੰ ਆਹ ਕਹੋ, ਇਹਨੂੰ ਇਹਦਾ ਬੌਸ ਕਹੇ, ਇਹਨੂੰ ਵੱਡਾ ਬੌਸ ਕਹੇ। ਪੁਲਿਸ ਮੁਲਾਜ਼ਮਾਂ ਨੂੰ ਡੀਜੀਪੀ ਕਹੂਗਾ, ਕੋਈ ਹੋਰ ਛੋਟਾ ਮੁਲਾਜ਼ਮ ਹੈ ਉਹਨੂੰ ਸੈਕਟਰੀ ਫਲਾਣਾ ਧਮਕਾਣਾ। ਇੱਥੋਂ ਤੱਕ ਜਿਹੜਾ ਰਾਜਤੰਤਰ ਹੈ ਨਾ, ਉਹ ਇੱਥੋਂ ਤੱਕ ਕੰਮ ਕਰਦਾ ਹੁੰਦਾ ਹੈ। ਸੋ ਉਹਦੇ ਬਾਵਜੂਦ ਵੱਡੇ ਮਾਰਜਨ ਨਾਲ ਹਾਰ ਜਾਣਾ, ਮੈਂ ਇਹਨੂੰ ਵੱਡਾ ਮਾਰਜਨ ਹੀ ਕਹੂੰਗਾ। ਐਮਐਲਏ ਹੈ ਜਿਹੜਾ ਜੇ ਉਹ 5000 ਤੋਂ ਉੱਪਰ ਹਾਰਦਾ ਨਾ ਮੇਰੇ ਮੁਤਾਬਕ, ਕਿਉਂਕਿ ਲੱਖ ਵੋਟ ਹੁੰਦੀ ਹੈ ਸਾਰੀ, ਜੇ 5% ਦਾ ਡਿਫਰੈਂਸ ਹੈ ਲੜਨ ਵਾਲਿਆਂ 'ਚ, ਤੇ ਉਸ ਤੋਂ ਬਿਨਾਂ ਟੋਟਲ ਉਹ ਲੈ ਰਹੇ ਨੇ ਮਤਲਬ 1.5 ਲੱਖ ਚੋਂ 65,000 ਵੋਟ, ਤਾਂ ਇਹਦਾ ਮਤਲਬ ਉਹ ਮੁਸ਼ਕਿਲ ਨਾਲ 30-35% ਵੋਟ ਲੈ ਰਹੇ ਨੇ। ਸੋ ਇਸ ਕਰਕੇ ਬੀਜੇਪੀ ਨੂੰ ਮੇਰੇ ਹਿਸਾਬ ਨਾਲ ਇਹ ਵੱਡੀ ਹਾਰ ਹੋਈ ਹੈ। ਔਰ ਇਹ ਹਾਰ ਤੋਂ ਬਾਅਦ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਉਹ ਸਬਕ ਸਿੱਖਣਗੇ ਜਾਂ ਨਹੀਂ, ਉਹ ਇਹਨੂੰ ਡਰ ਸਮਝਦੇ ਨੇ ਨਹੀਂ, ਇਹਨੂੰ ਹਾਰ ਸਮਝਦੇ ਨੇ ਨਹੀਂ, ਫਿਰ ਮੈਂ ਕਹਿਣਾ ਕਿ ਹਾਰਨ ਵਾਲਾ ਪਹਿਲਵਾਨ ਸਮਝਦਾ ਨਹੀਂ ਹੁੰਦਾ ਵੀ ਮੈਂ ਹਾਰਿਆ। ਉਹ ਬਹਾਨੇ ਘੜ ਲੈਂਦਾ, ਉਹ ਵੀ ਘੜ ਲੈਣਗੇ, ਪਰੰਤੂ ਜਨਤਾ ਦੇ ਵਿੱਚ ਜਿਹੜਾ ਮੈਸੇਜ ਆ ਉਹ ਚਲਿਆ ਗਿਆ। ਉੱਤਰੀ ਭਾਰਤ ਦੇ ਵਿੱਚ ਇਹਨਾਂ ਸਟੇਟਾਂ ਤੋਂ ਲੈ ਦੇ ਕੇ 2 ਹਲਕੇ ਸੀ ਰਾਜਸਥਾਨ ਦੇ, ਉਹ 'ਚੋਂ ਇੱਕ ਕਾਂਗਰਸ ਨੇ ਦੁਬਾਰਾ ਜਿੱਤਿਆ ਤੇ ਇੱਕ ਬੀਜੇਪੀ ਹਾਰੀ ਹੈ। ਸੋ ਇਸ ਕਰਕੇ ਇੱਥੇ ਦੇ ਅਰਥ ਤਾਂ ਜੇ ਆਪਾਂ ਜਮ੍ਹਾਂ ਕੱਢੀਏ, ਮੈਨੂੰ ਇਹ ਲੱਗਦਾ ਹੈ ਕਿ ਬੀਜੇਪੀ ਇੱਥੇ ਤਾਂ ਹਿੱਲ ਗਈ। ਸੋ ਆਉਣ ਵਾਲੇ ਸਮੇਂ 'ਚ ਬੀਜੇਪੀ ਨੂੰ ਇਹਦੇ ਬਾਰੇ ਸੋਚਣਾ ਪਊਗਾ, ਉਹਦੀਆਂ ਸਟ੍ਰੈਟਜੀਜ਼ ਨਵੀਆਂ ਬਣਾਉਣੀਆਂ ਪੈਣਗੀਆਂ। ਹਾਂ, ਇੱਕ ਗੱਲ ਤੇ ਮੈਨੂੰ ਜ਼ਰੂਰ ਲੱਗਦਾ ਕਿ ਜਿਹੜੀ ਇੱਧਰ ਗੱਲ ਸੀ ਅਮਰਿੰਦਰ ਸਿੰਘ ਦੀ, ਚਾਹੇ ਉਹ ਬੀਜੇਪੀ ਦੀ ਚਾਲ ਚੱਲੀ ਗਈ, ਚਾਹੇ ਉਹ ਕਾਮਯਾਬ ਹੋ ਗਈ, ਮੈਨੂੰ ਇਹ ਲੱਗ ਰਿਹਾ ਕਿ ਬੀਜੇਪੀ ਕਿਸਾਨਾਂ ਨਾਲ ਕੁਛ ਕਰੇਗੀ, ਲੈਣ ਦੇਣ ਦਾ ਕਰੇਗੀ। ਪਰ ਹੁਣ ਦੇ ਹਾਲਾਤ 'ਚ ਇਹ ਲੱਗ ਰਿਹਾ ਹੈ ਕਿ ਅਮਰਿੰਦਰ ਸਿੰਘ ਵਿਚੋਲਾ ਨਹੀਂ ਰਹਿਣਗੇ। ਜੋ ਹਾਲਾਤ ਨੇ ਉਹ 'ਚ ਅਮਰਿੰਦਰ ਸਿੰਘ ਦੀ ਵੈਲਿਊ ਹੈ ਜਿਹੜੀ ਬਹੁਤ ਡਾਊਨ ਆ ਗਈ। ਉਹਦੇ ਨਾਲ ਜਿਹੜੇ ਬੰਦੇ ਡਟ ਕੇ ਖੜ ਰਹੇ ਸੀ, ਕੱਲ ਮਤਲਬ ਪਾਰਟੀ ਨੇ ਇੰਨਾ ਟਾਈਟ ਕਰਤਾ ਕੰਮ, ਉਹਦੇ ਵਿੱਚ ਜਿੱਥੇ ਲੋਕੀ ਇਹ ਐਲੀਗੇਸ਼ਨ ਲਾ ਰਹੇ ਨੇ ਕਿ ਨਵਜੋਤ ਸਿੰਘ ਆਪਣੀ ਭਾਸ਼ਾ ਦਾ ਜਿਹੜਾ ਮਾਪਦੰਡ ਹੈ ਉਹ ਨੀਵਾਂ ਕਰ ਲਿਆ, ਪਰ ਉਹਦੇ ਬਾਵਜੂਦ ਜਿਹੜੇ ਬੰਦੇ ਲੁਧਿਆਣੇ ਤੋਂ MP, ਅੰਮ੍ਰਿਤਸਰ ਤੋਂ MP ਜਿਹੜੇ ਡਟ ਕੇ ਖੜਦੇ ਸੀ ਅਮਰਿੰਦਰ ਨਾਲ, ਉਹਨਾਂ ਨੇ ਵੀ ਇਹ ਕਿਹਾ ਵੀ ਜੇ ਅਮਰਿੰਦਰ ਸਿੰਘ ਐਸੀ ਭਾਸ਼ਾ ਵਰਤਣਗੇ ਤਾਂ ਉਹਨਾਂ ਨੂੰ ਇੱਦਾਂ ਦਾ ਜਵਾਬ ਮਿਲੂਗਾ। ਸੇ ਹੁਣ ਇਸ ਕਰਕੇ ਇਹ ਮੈਨੂੰ ਜ਼ਰੂਰ ਲੱਗਦਾ ਹੈ ਕਿ ਬੀਜੇਪੀ ਦਾ ਜਿਹੜਾ ਕਿਸਾਨਾਂ ਦੇ ਨਾਲ ਰਾਬਤਾ ਸ਼ਾਇਦ ਜਿਹੜਾ ਹੋਊਗਾ, ਸ਼ਾਇਦ ਉਹ 'ਚ ਅਮਰਿੰਦਰ ਸਿੰਘ ਵਿਚੋਲਾ ਨਹੀਂ ਹੋਊਗਾ। ਧਾਲੀਵਾਲ ਸਾਹਿਬ ਦੇਖੋ, ਨੁਕਸਾਨ ਤਾਂ ਬੀਜੇਪੀ ਦਾ ਹੋ ਰਿਹਾ, ਭਾਵੇਂ ਹਾਈ ਕਮਾਂਡ ਬੀਜੇਪੀ ਦੀ ਨਾ ਮੰਨੇ ਇਸ ਗੱਲ ਨੂੰ, ਲੋਕਾਂ 'ਚ ਇਸ ਗੱਲ ਦਾ ਦਿਖਾਵਾ ਨਾ ਕਰੇ, ਸ਼ੋਅ ਨਾ ਕਰੇ ਕਿ ਸਾਨੂੰ ਫਰਕ ਪੈਂਦਾ ਕੋਈ, ਪਰ ਆਪਣੇ ਆਪ ਨੂੰ ਹਾਈ ਕਮਾਂਡ ਝੂਠ ਨਹੀਂ ਨਾ ਬੋਲ ਸਕਦੀ। ਉਦੋਂ ਤੋਂ ਆਤਮ ਚਿੰਤਨ ਕਰਦੇ ਹੋਣਗੇ, ਆਪਣਾ ਸੋਚਦੇ ਹੋਣਗੇ ਕਿ ਸਾਡਾ ਨੁਕਸਾਨ ਤਾਂ ਹੋ ਰਿਹਾ ਨਾ, ਉਦੋਂ ਫਿਰ ਗੱਲ ਚੱਲਦੀ ਹੋਊਗੀ ਯਾਰ ਦੇਖੋ ਕਿਹੜੀ ਗੱਲ ਆ। ਭੰਗੂ ਸਾਹਿਬ, ਮੈਂ ਮੈਨੇਜਮੈਂਟ ਦਾ ਸਟੂਡੈਂਟ ਰਿਹਾ, ਮੈਂ ਮੈਨੇਜਮੈਂਟ ਪੜ੍ਹੀ ਹੈ। ਮੈਨੇਜਮੈਂਟ ਦੇ ਵਿੱਚ ਅਸੀਂ 2 ਹੀ ਮੁੱਦੇ ਵਿਚਾਰਦੇ ਹਾਂ ਕਿ ਪਹਿਲਾ ਕਿ ਮੁਨਾਫਾ ਕਿੱਦਾਂ ਕਮਾਉਣਾ ਹੈ, ਦੂਸਰਾ ਕਈ ਵਾਰ ਸਿਚੁਏਸ਼ਨ ਇੱਦਾਂ ਦੀ ਆ ਜਾਂਦੀ ਹੈ ਕਿ ਮੁਨਾਫਾ ਹੋ ਹੀ ਨਹੀਂ ਸਕਦਾ। ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਨੇ ਕਈ ਵਾਰੀ ਕਿ ਮੁਨਾਫੇ ਵਾਲੀ ਤਾਂ ਗੱਲ ਹੀ ਛੱਡੋ, ਜਦੋਂ ਮੁਨਾਫਾ ਹੋ ਹੀ ਨਹੀਂ ਸਕਦਾ ਉਦੋਂ ਮੈਨੇਜਮੈਂਟ ਮੁਤਾਬਕ ਇਹ ਸੋਚਣਾ ਪੈਂਦਾ ਹੈ ਕਿ ਹੁਣ ਹੋਏਗਾ ਨੁਕਸਾਨ, ਹੁਣ ਜਿੰਨਾ ਨੁਕਸਾਨ ਹੋਣਾ ਕਿਸੇ ਤਰ੍ਹਾਂ ਉਹਨੂੰ ਘੱਟ ਕਰਨ ਦੀ ਵਿਉਂਤ ਬਣਾਈਏ। ਮੈਂ ਪਰਸਨਲੀ ਇਹ ਸਮਝਦਾ, ਮੇਰੀ ਰਾਏ ਨਾਲ ਕੋਈ ਬੰਦਾ ਸਹਿਮਤ ਹੋਵੇ ਜਾਂ ਨਾ ਹੋਵੇ, ਕਿ ਬੀਜੇਪੀ ਨੇ ਇਹ ਚੀਜ਼ ਪੜ੍ਹ ਲਈ ਹੈ ਕਿ ਸਾਡਾ ਨੁਕਸਾਨ ਹੋ ਗਿਆ। ਤੁਸੀਂ ਤਾਂ ਸ਼ਬਦ ਲਾਈਟ ਵਰਤ ਰਹੇ ਹੋ ਕਿ ਨੁਕਸਾਨ ਹੋ ਰਿਹਾ, ਮੇਰੇ ਮੁਤਾਬਕ ਨਾਰਥ ਇੰਡੀਆ 'ਚ ਬੀਜੇਪੀ ਦਾ ਨੁਕਸਾਨ ਹੋ ਚੁੱਕਿਆ ਹੈ, ਪਰੰਤੂ ਬੀਜੇਪੀ ਇਸ ਗੱਲ ਤੇ ਆ ਨਹੀਂ ਰਹੀ ਕਿ ਹੁਣ ਇਹ ਨੁਕਸਾਨ ਨੂੰ ਘਟਾਇਆ ਕਿੱਦਾਂ ਜਾਵੇ। ਚੰਗਾ ਹੁੰਦਾ ਹੈ ਕਿ ਉਸ ਵੇਲੇ ਉਹ ਨੁਕਸਾਨ ਨੂੰ ਘੱਟ ਕਰਨ ਲਈ ਕੋਈ ਵਿਉਂਤਬੰਦੀ ਬਣਾਈ ਜਾਵੇ। ਯੂਪੀ ਦੇ ਵਿੱਚ 80 ਸੀਟਾਂ ਨੇ, ਜੇ ਬੀਜੇਪੀ ਆਪਦਾ ਆਂਕਲਨ ਕਰਦੀ ਹੈ ਕਿ ਇੱਥੋਂ ਅਸੀਂ ਨੁਕਸਾਨ 'ਚ, ਪਹਿਲਾਂ ਉਹਨਾਂ ਕੋਲੇ ਮਤਲਬ ਤੁਸੀਂ ਜੇ ਆਪਾਂ ਇਹ ਕਹੀਏ ਵੀ 85% ਸੀਟਾਂ ਉਹਨਾਂ ਨੇ ਜਿੱਤੀਆਂ ਹੋਈਆਂ ਨੇ, ਹੁਣ ਜੇ ਉਹਨਾਂ ਨੂੰ ਲੱਗਦਾ ਕਿ 85% ਦੀ ਬਜਾਏ ਅਸੀਂ 40%, 45%, 50%, ਇੰਨੀਆਂ ਤਾਂ ਫਿਰ ਵੀ ਲੈਣੀਆਂ ਨੇ। ਜੇ ਕੋਈ ਇਸ ਤਰ੍ਹਾਂ ਦੀ ਵਿਉਂਤਬੰਦੀ ਕਰਨ ਉਹ ਰਾਜਨੀਤਿਕ ਤੌਰ ਤੇ, ਹਾਲਾਂਕਿ ਮੈਂ ਕੋਈ ਬੀਜੇਪੀ ਦਾ ਸਮਰਥਕ ਨਹੀਂ ਹਾਂ, ਜੇ ਕੋਈ ਇਸ ਤਰ੍ਹਾਂ ਦੀ ਉਹ ਸਫਬੰਦੀ ਕੋਈ ਮਤਲਬ ਨੀਤੀ ਬਣਾਉਣ, ਸ਼ਾਇਦ ਕੁਛ ਨਾ ਕੁਛ ਉਹਨਾਂ ਦਾ ਨੁਕਸਾਨ ਘਟ ਸਕਦਾ ਹੈ। ਮੇਰੀ ਸਮਝ ਮੁਤਾਬਕ ਨੁਕਸਾਨ ਉਹਨਾਂ ਦਾ ਹੋ ਚੁੱਕਿਆ ਹੈ, ਪਰ ਉਹ ਪਤਾ ਨਹੀਂ ਕਿਉਂ, ਉਹਦਾ ਕਾਰਨ ਮੈਂ ਇਹੀ ਸਮਝੂੰਗਾ ਕਿ ਜਿਵੇਂ ਆਪਾਂ ਨੂੰ ਲੱਗਦਾ ਨਾ ਦੂਜੀਆਂ ਪਾਰਟੀਆਂ ਦੀ ਫੁੱਟ ਹੈ ਜਿਹੜੀ, ਉਹਨੂੰ ਮੀਡੀਆ ਜ਼ਿਆਦਾ
ਵਧਾ ਚੜਾ ਕੇ ਪੇਸ਼ ਕਰ ਰਿਹਾ ਹੈ। ਜਿਹੜੀ ਫੁੱਟ ਹੈ ਮੇਰੇ ਖਿਆਲ ਮੁਤਾਬਕ ਉਹ ਬੀਜੇਪੀ ਦੇ ਵਿੱਚ ਦੂਜੀਆਂ ਪਾਰਟੀਆਂ ਤੋਂ ਵੀ ਜ਼ਿਆਦਾ ਹੈ, ਜਿਹੜੀ ਉਹ ਧਰਾਤਲ 'ਤੇ ਦਿਖਾਈ ਨਹੀਂ ਦੇ ਰਹੀ, ਵਿਦਿਨ ਦੀ ਪਾਰਟੀ ਦਿਖਾਈ ਦੇ ਰਹੀ ਹੈ। ਅਤੇ ਕੋਈ ਜਿਵੇਂ ਕਿਵੇਂ ਦਾ ਬਿਆਨ ਦੇ ਦਿੰਦਾ, ਉਹਦੇ ਵਿੱਚ ਬੀਜੇਪੀ ਉਹਨੂੰ ਡਿਫੈਂਸ ਨਹੀਂ ਕਰਦੀ। ਉਹਦਾ ਕਾਰਨ ਇਹ ਹੈ ਜਿਹੜਾ ਮੈਂ ਸਮਝਦਾ, ਜਦੋਂ ਪਰਿਵਾਰ ਦੇ ਵਿੱਚ ਨਾ ਫਾਈਨੈਂਸ਼ੀਅਲ ਤੌਰ 'ਤੇ ਬਹੁਤ ਵੱਡਾ ਘਾਟਾ ਨਹੀਂ ਹੁੰਦਾ, ਉਦੋਂ ਜੇ ਇੱਕ ਮੁੰਡਾ ਜ਼ਿਆਦਾ ਪੈਸੇ ਖਰਚਿਆ ਹੋਵੇ ਨਾ, ਉਹਦਾ ਪਿਓ ਉਹਨਾਂ ਨੂੰ ਝਿੜਕੇ, ਦੂਜੇ ਭਰਾ ਇਹ ਕਹਿੰਦੇ ਨੇ ਛੱਡ ਭਰਾ ਕੋਈ ਨਹੀਂ, ਆਪਣੇ ਕੋਲੇ ਬਥੇਰੇ ਪੈਸੇ ਨੇ। ਹਾਲੇ ਮੇਰੇ ਖਿਆਲ ਬੀਜੇਪੀ ਇਸ ਭਰਮ 'ਚ ਹੈ ਵੀ ਹਾਲੇ ਆਪਣੇ ਕੋਲੇ ਬਹੁਤ ਕੁਛ ਹੈ, ਕੋਈ ਨਹੀਂ। ਅਦਰਵਾਈਜ਼ ਬੀਜੇਪੀ ਦਾ ਵੱਡਾ ਨੁਕਸਾਨ ਹੋ ਚੁੱਕਿਆ ਨਾਰਥ ਭਾਰਤ, ਉੱਤਰੀ ਭਾਰਤ ਦੇ ਵਿੱਚ ਵਿਸ਼ੇਸ਼ ਤੌਰ 'ਤੇ ਹੋ ਚੁੱਕਿਆ। ਜਿਵੇਂ ਕਿਸਾਨ ਆਗੂ ਕਹਿੰਦੇ ਨੇ ਕਿ ਜੇਕਰ ਸਰਕਾਰ ਨਹੀਂ ਮੰਨਦੀ, ਅੰਦੋਲਨ ਅਸੀਂ 24 ਤੱਕ ਚਲਾਵਾਂਗੇ, ਜਦੋਂ ਤੱਕ ਚੋਣ ਹੈ ਦੇਸ਼ ਦੀ, ਉਦੋਂ ਤੱਕ ਫਿਰ ਇਸ ਨੁਕਸਾਨ ਦੇ ਵਿੱਚ ਕਿੰਨਾ ਕੁ ਵਾਧਾ ਹੋ। ਦੇਖੋ ਜਿਹੜੀ ਗੱਲ ਮੈਂ ਕਹਿਣਾ ਉਹ ਤਾਂ ਸਮਾਂ ਦੱਸੂਗਾ, ਪਰ ਮੈਂ ਇਹ ਕਹਿਣਾ ਵੀ ਜਿਹੜੀ ਤੁਸੀਂ ਕਿਸਾਨਾਂ ਦੀ ਗੱਲ ਕਰਦੇ ਹੋ, ਜਦੋਂ ਦੋ ਧਿਰਾਂ ਲੜ ਪੈਂਦੀਆਂ ਨੇ, ਉਹ ਲੜਾਈ ਸਿਖਰ 'ਤੇ ਚਲੀ ਜਾਂਦੀ ਹੈ, ਉਦੋਂ ਦੋ ਹੀ ਇਲਾਜ ਨੇ, ਜਾਂ ਤਾਂ ਕਿਸੇ ਸਮਝੌਤੇ ਰਾਹੀਂ ਮਸਲਾ ਹੱਲ ਹੁੰਦਾ ਹੈ, ਜਾਂ ਇੱਕ ਧਿਰ ਹਾਰ ਕੇ ਘਰ ਨੂੰ ਮੁੜ ਆਵੇ, ਜਾਂ ਦੂਜੀ ਧਿਰ ਜਿੱਤ ਕੇ ਹਾਰੇ ਹੋਏ ਨੂੰ ਕੁੱਟ ਕੇ ਭਜਾ ਦੇ। ਹੁਣ ਕਿਸਾਨਾਂ ਕੋਲੇ ਤਾਂ ਵਿਚਾਰਿਆਂ ਕੋਲੇ ਆਪਸ਼ਨ ਨਹੀਂ ਹੈਗੀ ਕੋਈ। ਜਿਹੜੀ ਸਰਕਾਰੀ ਧਿਰ ਹੈ ਬੀਜੇਪੀ ਦੀ, ਉਹਦੇ ਕੋਲੇ ਇਹ ਹੈ ਕਿ ਉਹ ਕਿਸਾਨਾਂ ਨੂੰ ਕੁੱਟ ਕੇ ਭੇਜ ਦੇਵੇ। ਜੇ ਉਹ ਕੁੱਟ ਕੇ ਭੇਜੇਗੀ, ਹੋਰ ਤਸ਼ੱਦਦ ਕਰੇਗੀ, ਮੇਰੇ ਖਿਆਲ ਮੁਤਾਬਕ ਉਹਨਾਂ ਦਾ ਨੁਕਸਾਨ ਹੋਰ ਹੋਏਗਾ। ਦੂਸਰਾ, ਕਿਸਾਨਾਂ ਨੇ ਹਾਲੇ ਤੱਕ ਜਿਹੜੀ ਆਪਣੀ ਰਣਨੀਤੀ ਹੈ ਉਹ ਬਹੁਤ ਹੀ ਸਿਆਣਪ ਨਾਲ, ਬਹੁਤ ਹੀ ਸੁਦ੍ਰਿੜ ਤਰੀਕੇ ਨਾਲ ਔਰ ਦ੍ਰਿੜ ਤਰੀਕੇ ਨਾਲ ਉਹ ਇਸ ਤਰ੍ਹਾਂ ਚਲਾਈ ਹੈ ਕਿ ਉਹ ਬਿਲਕੁਲ ਕਿਤੇ ਵਾਇਲੈਂਸ ਦੇ ਨੇੜੇ ਤੇੜੇ ਨਹੀਂ ਜਾ ਰਹੇ। ਜਿਹੜੀਆਂ ਚਾਲਾਂ ਸਰਕਾਰ ਚੱਲ ਰਹੀ ਹੈ, ਚਾਹੇ ਉਹ 26 ਜਨਵਰੀ ਦੀ ਹੋਵੇ, ਚਾਹੇ ਉਹ ਲਖੀਮਪੁਰ ਦੀ ਹੋਵੇ, ਚਾਹੇ ਉਹ ਨਿਹੰਗਾਂ ਦੇ ਕਤਲ ਦੀ ਹੋਵੇ, ਸਰਕਾਰ ਨੇ ਉਹ 'ਚ ਉਹਨੂੰ ਖਾਸਾ ਚੈੱਕ ਕਰਕੇ ਦੇਖਿਆ। ਮੈਨੂੰ ਲੱਗਦਾ ਹਾਲੇ ਉਹ ਮਤਲਬ ਬਹੁਤ ਹੀ ਸਿਆਣਪ ਨਾਲ, ਸ਼ਾਂਤਮਈ ਢੰਗ ਨਾਲ ਉਸ ਸਿਚੁਏਸ਼ਨ 'ਚੋਂ ਨਿਕਲਣ 'ਚ ਕਾਮਯਾਬ ਰਹੇ ਨੇ। ਔਰ ਮੈਨੂੰ ਇਹ ਲੱਗਦਾ ਇਹਦਾ ਸਿਹਰਾ ਜਿਹੜਾ ਲੀਡਰਸ਼ਿਪ ਨੂੰ ਜਾਂਦਾ ਹੈ, ਅਤੇ ਜੇ ਉਹ ਲੀਡਰਸ਼ਿਪ ਹਾਲੇ ਤੱਕ ਇੰਨੀ ਸਿਆਣਪ ਨਾਲ ਚੱਲ ਰਹੀ ਹੈ, ਅਤੇ ਫਿਰ ਆਪਾਂ ਇਹ ਸ਼ੱਕ ਕਿਵੇਂ ਕਰ ਲਈਏ ਕਿ ਉਹ ਐਵੇਂ ਘਰ ਨੂੰ ਆ ਜਾਣਗੇ। ਫਿਰ ਉਹ ਕਿਸੇ ਗੱਲ ਨਾਲ ਹੀ ਘਰ ਆਉਣਗੇ, ਜਾਂ ਤਾਂ ਜਿੱਤ ਕੇ ਆਉਣਗੇ, ਜਾਂ ਇਹ ਉਹਨਾਂ ਨੂੰ ਭਾਈ ਕੁੱਟਮਾਰ ਕਰਕੇ ਉਹਨਾਂ ਦੀ ਸਮਰੱਥਾ ਹੀ ਸਾਰੀ ਖੋਹ ਲੈਣ ਅਤੇ ਉਹਨਾਂ ਦੀ ਸਮਰੱਥਾ ਨਾ ਰਵੇ, ਫਿਰ ਉਹਨਾਂ ਨੂੰ ਜ਼ਬਰਦਸਤੀ ਭੇਜ ਦੇਣ। ਜਾਂ ਤੀਸਰਾ ਇਹ ਹੁੰਦਾ ਸਰਕਾਰ ਉਹਨਾਂ ਨੂੰ ਅਰੈਸਟ ਕਰ ਲਏ। ਉਹ ਮੇਰਾ ਖਿਆਲ ਆ ਵੀ ਅਰੈਸਟ ਕਰਨ ਵਾਲਾ ਕੰਮ ਨਹੀਂ ਰਿਹਾ। ਐਮਰਜੈਂਸੀ ਦਾ ਲੋਕੀ ਰਿਕਾਰਡ ਕਹਿੰਦੇ ਨੇ ਕਿ ਉਦੋਂ ਲਗਭਗ ਇੰਨੇ ਲੋਕ ਬਈ 90,000 ਦੇ ਕਰੀਬ ਲੋਕ ਗ੍ਰਿਫਤਾਰੀਆਂ ਹੋ ਗਈਆਂ ਸੀ। ਮੈਨੂੰ ਨਹੀਂ ਲੱਗਦਾ ਇਹ ਤਾਂ ਹੁਣ ਤਾਂ 3-4 ਲੱਖ ਲੋਕ ਗ੍ਰਿਫਤਾਰ ਹੋਣ ਨੂੰ ਤਿਆਰ ਹੋਊਗਾ। ਇੰਨੀ ਸਮਰੱਥਾ ਸਰਕਾਰ ਦੀ ਹੈ ਨਹੀਂ ਹੈ, ਉਹਨੂੰ ਚਲਾ ਸਕਦੇ ਨੇ ਕਿ ਨਹੀਂ। ਦੂਸਰਾ, ਪੁਰਾਣਾ ਰਿਕਾਰਡ ਹੈ ਐਮਰਜੈਂਸੀ ਦੇ ਵਿੱਚ ਇੰਦਰਾ ਗਾਂਧੀ ਨੇ ਤਸ਼ੱਦਦ ਕੀਤਾ, ਜ਼ੋਰ ਅਜਮਾਈ ਕੀਤੀ, ਉਹਦੇ ਵਿੱਚ ਉਹਨੂੰ ਨੁਕਸਾਨ ਹੋਇਆ। ਉਹਦੇ ਵਿੱਚ ਜਿਹੜੀਆਂ ਹੋਰ ਕਿਸੇ ਸਰਕਾਰਾਂ ਦਾ ਇਤਿਹਾਸ ਪੜ੍ਹੀਏ। ਦੂਸਰਾ ਇਹ ਹੈ ਵੀ ਇੱਕ ਤੇ ਇੱਕ ਪਲਟਵਾਰ ਦੂਸਰੇ ਹੋ ਰਹੇ ਨੇ। ਸ਼ਾਇਦ ਆਮ ਲੋਕਾਂ ਨੂੰ ਪਤਾ ਹੋਏਗਾ, ਪਿਛਲੇ ਸਮੇਂ ਦੇ ਵਿੱਚ ਇੱਕ ਅਮਰੀਕਾ ਦੇ ਰਾਸ਼ਟਰਪਤੀ ਸੀ ਨਿਕਸਨ ਜੀ, ਉਹਨਾਂ ਦੇ ਸਮੇਂ ਇੱਕ ਸਕੈਂਡਲ ਹੋਇਆ ਸੀ, ਉਹਦਾ ਨਾਮ ਸੀ ਵਾਟਰਗੇਟ ਸਕੈਂਡਲ। ਉਹ ਸਕੈਂਡਲ ਬਿਲਕੁਲ ਜਿਹੜਾ ਪੈਗਾਸਸ ਦਾ ਰੌਲਾ ਪੈਂਦਾ ਨਾ, ਬਿਲਕੁਲ ਇੱਦਾਂ ਦਾ ਸਕੈਂਡਲ ਸੀ। ਉਹਨਾਂ ਨੇ ਵੀ ਸਾਰੀ ਜਸੂਸੀ ਕਰਕੇ ਕਾਮਯਾਬੀ ਨਾਲ ਆਪਣੀ ਪਾਰਟੀ ਨੂੰ ਦੁਬਾਰੇ ਜਿਤਾ ਲਿਆ ਸੀ, ਆਪ ਜਿੱਤ ਗਏ ਸੀ। ਅਤੇ ਉਹ ਜਿਹੜਾ 2019 ਦਾ ਉਹ ਪਰਦਾ ਨੰਗਾ ਹੋ ਰਿਹਾ ਹੁਣ, ਮੈਨੂੰ ਨਹੀਂ ਪਤਾ ਉਹ ਕਿੰਨਾ ਕੁ ਅਸਰ ਦਿਖਾਊਗਾ। ਦੇਖੋ ਹੁਣ ਇਕੱਲਾ ਕਿਸਾਨੀ ਅੰਦੋਲਨ ਨਹੀਂ, ਕਿਸਾਨੀ ਅੰਦੋਲਨ, ਬੇਰੁਜ਼ਗਾਰੀ, ਮਹਿੰਗਾਈ, ਕਰਪਸ਼ਨ, ਆਹ ਜਿਹੜਾ ਜਸੂਸੀ ਵਾਲਾ ਕੰਮ, ਤਸ਼ੱਦਦ, ਸੰਸਥਾਵਾਂ ਦਾ ਢਹਿਣਾ, ਕੋਈ ਪੱਖ ਤਾਂ ਮੈਨੂੰ ਦੱਸੋ ਨਾ, ਜਿਹੜਾ ਬੀਜੇਪੀ ਦੇ ਕੋਈ ਪੱਖ ਤਾਂ ਕੋਈ ਦੱਸੇ ਕਿ ਬੀਜੇਪੀ ਦੇ ਹੱਥੋਂ ਆਹ ਚੰਗਾ ਹੋ ਰਿਹਾ ਹੈ। ਮੈਨੂੰ ਨਹੀਂ ਪਤਾ ਉਹ ਜਾਣ ਕੇ ਕਰਦੇ ਨੇ, ਮੈਨੂੰ ਨਹੀਂ ਪਤਾ ਬਾਈ ਚਾਂਸ ਹੋ ਰਿਹਾ। ਪੰਜਾਬੀ 'ਚ ਇੱਕ ਗੱਲ ਕਹਿੰਦੇ ਹੁੰਦੇ ਨੇ ਕਿ ਜਦੋਂ ਮਾੜੇ ਦਿਨ ਆਉਂਦੇ ਨੇ ਨਾ, ਢੋਲਕੀ ਟੀਂਡਿਆਂ ਨਾਲ ਵੱਜਣ ਲੱਗ ਜਾਂਦੀ ਹੈ। ਸੋ ਹੁਣ ਬੀਜੇਪੀ ਦੀ ਪੋਜੀਸ਼ਨ ਇਸ ਤਰ੍ਹਾਂ ਦੀ ਹੈ ਕਿ ਜਿਹੜੇ ਵੀ ਪਾਸੇ ਜਾ ਰਹੇ ਨੇ ਉਹ ਪੁੱਠਾ ਪੈ ਰਿਹਾ। ਦੂਸਰਾ ਇਹ ਹੈ ਕਿ ਉਹ ਜਿਹੜੇ ਅੰਧ ਭਗਤਾਂ ਦਾ ਇੱਕ ਇਹਨਾਂ ਨੇ ਟੋਲਾ ਤਿਆਰ ਕੀਤਾ ਹੈ, ਉਹ ਟੋਲਾ ਹਾਲੇ ਵੀ ਉਹਨਾਂ ਨੂੰ ਜਾ ਕੇ ਕਹੀ ਜਾਂਦਾ ਵੀ ਸਾਰਾ ਕੁਝ ਵਧੀਆ ਹੈ, ਤੁਸੀਂ ਚਿੰਤਾ ਨਾ ਕਰੋ, ਅਸੀਂ ਠੀਕ ਕਰ ਦਾਂਗੇ। ਅਤੇ ਉਹ ਸ਼ਾਇਦ ਨਾ ਜਿਹੜੀ ਧਰਾਤਲ 'ਤੇ ਅਸਲ 'ਚ ਜਿਹੜੀ ਪੋਜੀਸ਼ਨ ਹੈ ਦਿਖਾਈ ਦੇ ਰਹੀ ਹੈ, ਜਿਹੜੀ ਸਰਫੇਸ 'ਤੇ ਹਾਲਤ,
ਉਹਨੂੰ ਬੀਜੇਪੀ ਪੜਨ 'ਚ ਨਾਕਾਮ ਹੈ, ਮੇਰੀ ਸਮਝ ਇਹ ਹੈ। ਬਿਲਕੁਲ ਪੜਨ 'ਚ ਨਾਕਾਮ ਹੈ ਧਾਲੀਵਾਲ ਸਾਹਿਬ। ਇਸੇ ਕਰਕੇ ਇਸ ਮਸਲੇ ਨੂੰ ਇੱਥੋਂ ਤੱਕ ਸਰਕਾਰ ਲੈ ਕੇ ਆ ਗਈ। ਧਾਲੀਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ, ਤੁਹਾਡਾ ਧੰਨਵਾਦ। ਧੰਨਵਾਦ ਜੀ। ਦਰਸ਼ਕੋ, ਸਾਡੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਰਣ ਸਿੰਘ ਧਾਲੀਵਾਲ। ਵਿਸ਼ਾ ਸੀਗੇ ਜੋ ਜਿਮਨੀ ਚੋਣਾਂ ਹੋਈਆਂ ਨੇ, ਉਹਨਾਂ ਚੋਣਾਂ ਦੇ ਵਿੱਚ ਬੀਜੇਪੀ ਨੂੰ ਕਈ ਥਾਵਾਂ ਤੇ ਤਕਰੀਬਨ ਹਾਰ ਦਾ ਹੀ ਸਾਹਮਣਾ ਕਰਨਾ ਪਿਆ। ਭਾਵੇਂ ਬੀਜੇਪੀ ਸਰਕਾਰ ਬੇਸ਼ੱਕ ਜਿੰਨੇ ਮਰਜ਼ੀ ਦਮਗਰਜੀ ਮਾਰੀ ਜਾਵੇ ਕਿ ਸਾਡੀ ਵੋਟ ਪਰਸੈਂਟ ਸ਼ੇਅਰ ਪਿਛਲੀ ਵਾਰ ਨਾਲੋਂ ਵਧਿਆ। ਹਰਿਆਣਾ ਜਿਸ ਦੇ ਵਿੱਚ ਸਾਡਾ ਵਿਰੋਧ ਹੋ ਰਿਹਾ, ਉੱਥੇ ਸਾਡੀ ਵੋਟ ਪਰਸੈਂਟੇਜ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵਧੀ ਹੈ। ਇਹ ਗੱਲਾਂ ਬੀਜੇਪੀ ਸਰਕਾਰ ਦੇ ਕਹਿਣੇ ਦੀਆਂ ਨੇ, ਪਰ ਬੀਜੇਪੀ ਸਰਕਾਰ ਨੂੰ ਜਿਵੇਂ ਧਾਲੀਵਾਲ ਸਾਹਿਬ ਨੇ ਦੱਸਿਆ ਕਿ ਨੁਕਸਾਨ ਹੋ ਨਹੀਂ ਰਿਹਾ, ਨੁਕਸਾਨ ਬੀਜੇਪੀ ਸਰਕਾਰ ਦਾ ਹੋ ਚੁੱਕਿਆ। ਜੇਕਰ 24 ਤੱਕ ਅੰਦੋਲਨ ਚੱਲਦਾ, ਬੀਜੇਪੀ ਸਰਕਾਰ ਨਹੀਂ ਮੰਨਦੀ, ਤਾਂ ਵੱਡੇ ਪੱਧਰ ਉੱਤੇ ਬੀਜੇਪੀ ਸਰਕਾਰ ਨੂੰ ਹੋਰ ਨੁਕਸਾਨ ਝੱਲਣਾ ਪਊਗਾ, ਜੋ ਸਾਡੇ ਸਭ ਦੇ ਸਾਹਮਣੇ। ਇਸ ਮਸਲੇ ਦੇ ਵਿੱਚ ਜੋ ਸਾਡੇ ਕੋਲ ਤਾਜ਼ਾ ਜਾਣਕਾਰੀ ਹੋਊਗੀ, ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਦੇ। ਧੰਨਵਾਦ।